ਅੱਜ ਦੀ ਕਹਾਣੀ ਹੈ ਸਿਦਕ ਦਾ ਫਲ ਤੇ ਇਹ ਕਹਾਣੀ ਬਰਜਿੰਦਰ ਕੌਰ ਬਿਸਰਾਓ ਦੀ ਲਿਖੀ ਹੈ। ਸ਼ਿੰਦੇ ਨੂੰ ਪਰਿਵਾਰ ਸਮੇਤ ਕੈਨੇਡਾ ਆਏ ਨੂੰ 4 ਕੁ ਮਹੀਨੇ ਹੋਏ ਸਨ। ਸਾਰੇ ਟੱਬਰ ਦਾ ਵੀਜ਼ਾ ਲੱਗਣ ਕਰਕੇ ਦੋਵੇਂ ਜੀ ਆਪ ਤੇ ਦੋਨੋਂ ਬੱਚੇ ਇਕੱਠੇ ਹੀ ਕੈਨੇਡਾ ਆ ਗਏ ਸਨ। ਪਹਿਲਾਂ ਉਹਨਾਂ ਦਾ ਇੱਥੇ ਆਉਣ ਦਾ ਕੋਈ ਵਿਚਾਰ ਨਾ ਹੋਣ ਕਰਕੇ ਪਿੰਡ ਵਿੱਚ 3 ਮੰਜ਼ਲੀ ਕੋਠੀ ਪਾ ਲਈ ਸੀ। ਜੇ ਪਤਾ ਹੁੰਦਾ ਕਿ ਇੰਨੀ ਛੇਤੀ ਵੀਜ਼ਾ ਲੱਗ ਜਾਣਾ ਤਾਂ ਭਾਵੇਂ ਅਜੇ ਪੁਰਾਣੇ ਘਰ ਵਿੱਚ ਹੀ ਰਹੀ ਜਾਂਦੇ। ਇੰਨਾ ਪੈਸਾ ਬਰਬਾਦ ਕਰਨ ਦੀ ਕੀ ਲੋੜ ਸੀ। ਉਸ ਦੀ ਭੈਣ ਹਫ਼ਤੇ ਬਾਅਦ ਚੱਕਰ ਲਾ ਜਾਂਦੀ ਸੀ। ਇੱਕ ਦਿਨ ਸ਼ਿੰਦੇ ਨੂੰ ਫੋਨ ਆਇਆ ਕਿ ਕੋਠੀ ਵਿੱਚ ਚੋਰੀ ਹੋ ਗਈ ਹੈ। ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਉੱਥੇ ਕੈਨੇਡਾ ਛੱਡ ਕੇ ਇੰਡੀਆ ਆ ਗਿਆ। ਆ ਕੇ ਦੇਖਿਆ ਤਾਂ ਚੋਰ ਜਮਾਂ ਹੀ ਸਫਾਇਆ ਕਰ ਗਏ ਸਨ। ਉਸ ਨੇ ਹੁਣ ਇੱਥੇ ਰਹਿਣ ਦਾ ਹੀ ਫੈਸਲਾ ਕਰ ਲਿਆ ਸੀ। ਉਸ ਕੋਲ ਜ਼ਮੀਨ ਜਾਇਦਾਦ ਚੰਗੀ ਸੀ, ਇਸ ਲਈ ਕੈਨੇਡਾ ਜਾ ਕੇ ਪੈਸਾ ਕਮਾਉਣ ਵਾਲੀ ਕੋਈ ਖਾਸ ਖਿੱਚ ਨਹੀਂ ਸੀ। ਨਾਲੇ ਕੈਨੇਡਾ ਵਿੱਚ ਉਸ ਦਾ ਸਾਰਾ ਸਹੁਰਾ ਪਰਿਵਾਰ ਰਹਿੰਦਾ ਹੋਣ ਕਰਕੇ ਪਤਨੀ ਅਤੇ ਬੱਚਿਆਂ ਦੀ ਬਹੁਤੀ ਫਿਕਰ ਕਰਨ ਦੀ ਲੋੜ ਵੀ ਨਹੀਂ ਸੀ। ਰੋਜ਼ ਸ਼ਾਮ ਨੂੰ ਸ਼ਿੰਦੇ ਕੋਲ 2-4 ਵੇਲੜ ਖਾਣ ਪੀਣ ਦੇ ਸ਼ੌਕੀਨ ਵਾਧੂ ਦੇ ਬਣੇ ਦੋਸਤ ਆ ਕੇ ਬੈਠ ਜਾਂਦੇ। ਸ਼ਿੰਦੇ ਨੂੰ ਹੋਰ ਕੀ ਚਾਹੀਦਾ ਸੀ। ਉਸ ਦੇ ਸੋਹਣੇ 2-3 ਘੰਟੇ ਖਾਂਦਿਆਂ ਪੀਂਦਿਆਂ ਦੇ ਨਿਕਲ ਜਾਂਦੇ। ਇੱਕ ਦਿਨ ਉਹਨਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਕੋਠੀ ਦੇ ਪਿਛਲੇ ਪਾਸੇ ਜਿਹੜੇ 2 ਨੌਕਰਾਂ ਲਈ ਕਮਰੇ ਬਣਾਏ ਹੋਏ ਹਨ, ਉਹਨਾਂ ਨੂੰ ਉਹ ਕਿਰਾਏ 'ਤੇ ਕਿਉਂ ਨਹੀਂ ਦੇ ਦਿੰਦਾ। ਉਸਨੇ ਵੀ ਉਹਨਾਂ ਦੀ ਸਲਾਹ ਮੰਨ ਲਈ। ਉਹਨਾਂ ਵਿੱਚੋਂ ਹੀ ਕਿਸੇ ਨੇ ਇੱਕ ਗਰੀਬਣੀ ਔਰਤ ਦਾ ਵੇਰਵਾ ਦੇ ਕੇ ਉਸਨੂੰ ਉਹ ਕਮਰੇ ਕਿਰਾਏ 'ਤੇ ਦਿਵਾ ਦਿੱਤੇ। ਉਹ ਔਰਤ ਆਪਣੇ 2 ਜਵਾਕਾਂ ਨਾਲ ਰਹਿਣ ਲੱਗੀ। ਸ਼ਿੰਦੇ ਨੂੰ ਉਸ ਤੱਕ ਕੋਈ ਮਤਲਬ ਨਹੀਂ ਸੀ, ਕਿਉਂਕਿ ਉਹ ਸਵੇਰ ਨੂੰ ਵੱਡੇ ਗੇਟ ਦਾ ਤਾਲਾ ਖੋਲ੍ਹ ਦਿੰਦਾ ਤੇ ਸ਼ਾਮ ਨੂੰ ਪੂਰੇ 8 ਵਜੇ ਤਾਲਾ ਬੰਦ ਕਰ ਦਿੰਦਾ। ਉਹ ਉਸ ਕਿਰਾਏਦਾਰ ਔਰਤ ਨਾਲ ਕਦੇ ਫਾਲਤੂ ਗੱਲ ਨਾ ਕਰਦਾ। ਉਹ ਔਰਤ ਰੋਜ਼ ਸਵੇਰੇ ਕੰਮ 'ਤੇ ਚਲੀ ਜਾਂਦੀ ਤੇ ਦੁਪਹਿਰ ਬਾਅਦ ਘਰ ਆਉਂਦੀ। ਸ਼ਿੰਦਾ ਘਰ ਬਾਹਰ ਦੇ ਕੰਮਾਂ ਵਿੱਚ ਵਿਅਸਤ ਰਹਿੰਦਾ। ਇੱਕ ਦਿਨ ਉਹ ਔਰਤ ਸ਼ਿੰਦੇ ਨੂੰ ਆਖਣ ਲੱਗੀ ਕਿ ਉਸਦੇ ਕੱਪੜੇ ਸੁੱਕਣੇ ਪਾਉਣ ਲਈ ਕੋਠੀ ਦੇ ਅੰਦਰ ਦੀਆਂ ਪੌੜੀਆਂ ਚੜ੍ਹਨਾ ਪਿਆ ਕਰਨਾ ਹੈ। ਸ਼ਿੰਦੇ ਨੇ ਇਜਾਜ਼ਤ ਦੇ ਦਿੱਤੀ। ਉਹ ਛੁੱਟੀ ਵਾਲੇ ਦਿਨ ਕੋਠੀ ਦੇ ਅੰਦਰੋਂ ਦੀ 5-7 ਵਾਰ ਪੌੜੀਆਂ ਚੜ੍ਹ ਕੇ ਕੱਪੜੇ ਸੁੱਕਣੇ ਪਾਉਣ ਲਾਉਣ ਦਾ ਕੰਮ ਕਰਦੀ ਰਹਿੰਦੀ। ਸ਼ਿੰਦੇ ਨੇ ਕਦੇ ਉਹਦੇ ਵੱਲ ਧਿਆਨ ਨਾ ਦਿੱਤਾ। ਉਸ ਔਰਤ ਦੇ ਲੱਛਣ ਸਹੀ ਨਹੀਂ ਸਨ। ਇਹ ਤਾਂ ਆਂਢੀ ਗੁਆਂਢੀ ਨੋਟ ਕਰਦੇ ਸਨ। ਉਹ ਕਮੀਜ਼ ਦੇ ਵੱਡੇ ਗਲੇ ਪਾਉਂਦੀ ਸੀ। ਜਾਣ ਬੁੱਝ ਕੇ ਕੋਠੀ ਦੇ ਅੰਦਰ ਗੇੜੇ ਮਾਰਦੀ ਰਹਿੰਦੀ। ਕਿਸੇ ਨੂੰ ਵੀ ਉਸ ਬਾਰੇ ਇਹ ਪਤਾ ਨਹੀਂ ਸੀ ਕਿ ਉਹ ਕਿੱਥੇ ਨੌਕਰੀ ਕਰਦੀ ਸੀ। ਹੁਣ ਉਸਦੇ ਜਵਾਕ ਰਾਤ ਨੂੰ 8-9 ਵਜੇ ਘਰ ਵੜਦੇ। ਸ਼ਿੰਦਾ ਆਪਣੇ ਅਸੂਲਾਂ ਦਾ ਪੱਕਾ ਸੀ। ਉਸਨੇ ਕਈ ਵਾਰ ਤਾੜਨਾ ਕੀਤੀ, ਪਰ ਉਸ 'ਤੇ ਕੋਈ ਅਸਰ ਨਾ ਹੋਇਆ, ਕਿਉਂਕਿ ਉਸਦੇ ਇਰਾਦੇ ਨੇਕ ਨਹੀਂ ਸਨ। ਇੱਕ ਦਿਨ ਸ਼ਿੰਦੇ ਨੇ ਸਮੇਂ ਦੇ ਹਿਸਾਬ ਨਾਲ 8 ਵਜੇ ਵੱਡੇ ਗੇਟ ਨੂੰ ਤਾਲਾ ਲਾ ਦਿੱਤਾ। ਉਹ ਔਰਤ ਹੰਗਾਮਾ ਕਰਨ ਲੱਗੀ, ਸ਼ਿੰਦੇ ਨੂੰ ਗਾਲਾਂ ਕੱਢਣ ਲੱਗੀ ਤੇ ਧਮਕੀਆਂ ਦੇਣ ਲੱਗੀ। ਸ਼ਿੰਦੇ ਨੇ ਵੀ ਆਪਣੀ ਭੈਣ ਨੂੰ ਫੋਨ ਕਰਕੇ ਉਸੇ ਸਮੇਂ ਆਉਣ ਨੂੰ ਕਿਹਾ।
ਸ਼ਿੰਦੇ ਤੇ ਉਸ ਦੀ ਭੈਣ ਨੇ ਆਂਢ ਗੁਆਂਢ ਦੇ ਲੋਕਾਂ ਨੂੰ ਇਕੱਠਾ ਕੀਤਾ। ਉਹ ਔਰਤ ਆਪਣੇ ਕੱਪੜੇ ਫਾੜ ਕੇ ਠਾਣੇ ਚਲੀ ਗਈ ਤੇ ਕਹਿਣ ਲੱਗੀ ਕਿ ਸ਼ਿੰਦਾ ਉਸ ਉੱਪਰ ਬੁਰੀ ਨਜ਼ਰ ਰੱਖਦਾ ਹੈ। ਮੁਹੱਲੇ ਦੇ ਲੋਕਾਂ ਨੇ ਪੁਲਿਸ ਨੂੰ ਸੱਚਾਈ ਦੱਸੀ ਤੇ ਆਖਿਆ ਕਿ ਉਸ ਦੀ ਭੈਣ ਵੀ ਇੱਥੇ ਹੀ ਰਹਿੰਦੀ ਹੈ। ਸਾਰਿਆਂ ਨੇ ਵਿੱਚ ਪੈ ਕੇ ਕੁਝ ਪੈਸੇ ਲੈ ਦੇ ਕੇ ਉਸ ਨਾਲ ਸਮਝੌਤਾ ਕਰਵਾ ਕੇ ਉਸ ਨੂੰ 1 ਦਿਨ ਦੀ ਮੌਲਤ ਦੇ ਕੇ ਕਮਰੇ ਖਾਲੀ ਕਰਵਾਏ। ਸ਼ਿੰਦਾ ਆਪਣੇ ਸਿਦਕ ਦਾ ਪੱਕਾ ਹੋਣ ਕਰਕੇ ਉਸ ਦਾ ਬਚਾਅ ਹੋ ਗਿਆ ਸੀ। ਸ਼ਿੰਦੇ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਹੜੇ 4-5 ਖਾਣ ਪੀਣ ਵਾਲੇ ਦੋਸਤ ਬਣੇ ਹੋਏ ਸਨ, ਉਹਨਾਂ ਵਿੱਚੋਂ ਹੀ ਕਿਸੇ ਇੱਕ ਦੀ ਚਾਲ ਸੀ ਕਿ ਉਸ ਔਰਤ ਦੀ ਚੁੰਗਲ ਵਿੱਚ ਫਸਾ ਕੇ ਉਸ ਨੂੰ ਲੁੱਟਿਆ ਜਾਵੇ। ਉਹ ਪਰਮਾਤਮਾ ਦਾ ਲੱਖ-ਲੱਖ ਸ਼ੁਕਰਗੁਜ਼ਾਰ ਰਿਹਾ ਸੀ ਕਿ ਉਸਨੇ ਆਪਣਾ ਸਿਦਕ ਡੋਲਣ ਨਹੀਂ ਦਿੱਤਾ। ਉਸ ਦੀ ਇੱਜ਼ਤ, ਧਨ ਦੌਲਤ ਸਭ ਕੁਝ ਦਾ ਬਚਾਅ ਹੋ ਗਿਆ ਸੀ। ਮੁਹੱਲੇ ਵਿੱਚ ਵੀ ਸਾਰੇ ਲੋਕ ਉਸ ਨੂੰ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਸਨ। ਉਸ ਨੂੰ ਇਕੱਲੇ ਰਹਿੰਦੇ ਚਾਹੇ ਸਾਲ ਹੋ ਚੱਲਿਆ ਸੀ, ਪਰ ਉਸ ਵੱਲ ਕੋਈ ਉਂਗਲ ਨਹੀਂ ਸੀ ਚੁੱਕ ਸਕਦਾ। ਇਸ ਤਰ੍ਹਾਂ ਸਿੱਦਕੀ ਜੀਵਨ ਜਿਉਣਾ ਹੀ ਅਸਲੀ ਜੀਵਨ ਹੈ। ਨਹੀਂ ਤਾਂ ਦੁਨੀਆ ਵਿੱਚ ਵਿਚਰਦੇ ਮਨੁੱਖ ਦਾ ਜਿੱਥੇ ਮਾੜੇ ਲੋਕਾਂ ਦੇ ਛਲ ਕਪਟ ਕਾਰਨ ਥੋੜ੍ਹਾ ਜਿਹਾ ਸਿਦਕ ਡੋਲਿਆ, ਉੱਥੇ ਹੀ ਬਰਬਾਦੀ ਦੇ ਰਾਹ ਖੁੱਲ੍ਹ ਜਾਂਦੇ ਹਨ। ਧੰਨਵਾਦ।